ਹਾਂਜੀ ਹਾਂਜੀ, ਉਹ ਡਿਸਟਰਬੈਂਸ ਆ ਗਈ ਸੀ ਵਿੱਚ। ਅੱਜ ਦਾ ਦਿਨ ਆ, ਇੰਡੀਅਨ ਮੀਡੀਆ ਬਾਰੇ ਆਪਾਂ ਪੋਸਟਮਾਰਟਮ ਕਰਨਾ ਆ। ਇੰਡੀਅਨ ਮੀਡੀਆ ਨੇ ਬੜੀ ਅੱਤ ਚੁੱਕੀ ਆ ਪਿਛਲੇ 15 ਦਿਨ। ਘੁਸ ਕੇ ਮਾरेंगे, घुस के मारेंगे। ਹਾਂ ਉਹ ਸੁਣਾਓ ਦਿੱਲੀ ਦੇ ਦੱਲਿਓ, ਹਾਂ ਮਾਰ ਲਿਆ ਘੁਸ ਕੇ। ਹਾਂ ਤਾਊ ਬਾਜਵੇ ਦੇ ਇੱਕ ਧੱਕੇ ਨੇ ਧਰਨਾ ਟਿਕਾਣੇ ਕਰਤੀ ਮੋਦੀ ਦੀ। ਤੇ ਹੁਣ ਜੇ ਕੋਈ ਸ਼ਰਮ ਨਾਂ ਦੀ ਚੀਜ਼ ਹੋਈ ਨਾ ਤੇ ਡੁੱਬ ਕੇ ਮਰ ਜਿਓ। ਬੜਾ ਜ਼ਿਆਦਾ ਤੁਸੀਂ ਅੱਤ ਚੁੱਕੀ ਸੀ। ਘੁਸ ਕੇ ਮਾरेंगे, घुस के मारेंगे ਲਾ ਵੇਖ ਲਿਆ। ਹਾਂ ਉਹਨਾਂ ਨੂੰ ਵੀ ਪਤਾ ਸੀ ਬੱਕਰੇ ਆਉਣੇ ਆ। ਉਹਨਾਂ ਨੇ ਸਭ ਤੋਂ ਪਹਿਲਾਂ ਹਥਿਆਰ ਤੱਤੇ ਕਰਕੇ ਰੱਖੇ ਹੋਏ ਸੀ ਤੇ ਤੁਹਾਡੇ ਵੱਲੋਂ ਵੀ ਪੁੱਜ ਗਈ। ਤੁਸੀਂ ਕੋਈ ਵੀ ਕਸਰ ਨਹੀਂ ਛੱਡੀ ਤੇ ਦੁਨੀਆ ਨੇ ਵੀ ਇਹ ਪਹਿਲੀ ਮੈਂ ਕੌਮ ਵੇਖੀ ਆ ਜਿਹੜੀ ਮੌਤ ਦੇ ਜਸ਼ਨ ਮਨਾਉਂਦੀ ਪਈ ਆ, ਲੱਡੂ ਵੰਡਦੇ ਪਏ ਆ ਵੀ ਪਾਕਿਸਤਾਨ ਕੋ ਘੁਸ ਕੇ ਮਾरेंगे, घुस के मारेंगे। ਇਹ ਵੀਰ ਇਹ ਅਜੇ ਦੇਵਗਨ ਦੀ ਫਿਲਮ ਨਹੀਂ। ਹਾਂ ਇਹ ਅਜੇ ਦੇਵਗਨ ਦੀ ਫਿਲਮ ਨਹੀਂ ਵੀ ਘੁਸ ਕੇ ਮਾरेंगे। ਸਾਈਂ ਅੱਗੋਂ ਸਾਰਾ ਕੁਝ ਤਿਆਰ ਕਰਕੇ ਬੈਠੇ ਹੋਏ ਆ ਤੇ ਲੱਗ ਗਿਆ ਪਤਾ। ਹਾਂਜੀ 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 ਓਕੇ। ਤੇ ਜਿਹੜੇ अपने है सी हमारे पैलेटवा, तो पैलेटवा तो उधर कैप्चर हो गए हैं। पैलेटवा को तो उधर बहुत अच्छा सा स्वागत किया गया हमारे पैलेटवा का। ते जहाज हमारे उन्होंने ऐसे गिराए जैसे गरीब दी कंध तो ल्योड़ डिगदे हैं। ठीक है, कवाड़ कट्ठा करके जंगा नहीं लड़ियां जांदियां। हैं कवाड़ कट्ठा करके जंगा नहीं लड़ियां जांदियां ਤੇ ਮੁੱਛਾਂ ਰੱਖ ਕੇ ਤੇ ਫਾਈਟਰ ਜੈਟ ਨਹੀਂ ਡਿੱਗੇ ਜਾਂਦੇ। ਤੇ ਅਬ ਅਭਿਨੰਦਨ ਕਿ ਚਲੋ ਉਹ ਉਧਰ ਗਿਰੇ, ਥੋੜੀ ਆਓ ਭਗਤ ਤੋਂ ਹੋਣੀ ਥੀ। ਹੈਂ ਉਹ ਆਓ ਭਗਤ ਉਹਨਾਂ ਨੇ ਕੀਤੀ ਤੇ ਬਾਕੀ ਨਿੱਕੀ ਨਿੱਕੀ ਚਪੇੜ ਵੀ ਵੱਜੀ। ਚੱਲ ਚਪੇੜਾਂ ਤਾਂ ਭੁੱਲ ਜਾਣਗੀਆਂ, ਜਿਹੜੀਆਂ ਚੌਂਦੀਆਂ ਗਾਲਾਂ ਸੁਣੀਆਂ ਉਹ ਤਾਂ ਅਭਿਨੰਦਨ ਦੇ ਕੰਨਾਂ ਚੋਂ ਸੇਕ ਕਈ ਸਾਲਾਂ ਤੱਕ ਨਿਕਲਦਾ ਰਹਿਣਾ ਆ। ਹੈਂ ਤੇ ਹੁਣ ਕੋਈ ਸ਼ਰਮ ਨਾ ਦੀ ਜੇ ਚੀਜ਼ ਹੋਈ ਤੇ ਇਹ ਮੀਡੀਆ ਹੁਣ ਕੱਲ ਪਰਸੋਂ ਦਾ ਹੋਣਾ ਮੂੰਹ ਲਟਕਾਇਆ ਹੋਇਆ ਆ ਹਮਾਰੇ ਅਭਿਨੰਦਨ ਵਾਪਸ ਕਰੋ। ਪਹਿਲਾਂ ਨਹੀਂ ਸੀ ਪਤਾ ਤੇ PM ਇਮਰਾਨ ਖਾਨ ਨੇ ਇੰਨੀਆਂ ਵਧੀਆ ਮਤਲਬ ਆਫਰ ਕੀਤੇ ਪਹਿਲਾਂ ਤੇ ਜਿਹੜੇ TV ਐਂਕਰ ਸੀ ਉਹ ਅੱਗੋਂ ਕਹਿੰਦੇ ਪਏ ਸੀ ਨਹੀਂ ਅਸੀਂ ਨਹੀਂ ਤੁਹਾਡੇ ਨਾਲ ਗੱਲ ਕਰਨੀ। ਜਿਵੇਂ ਮਤਲਬ ਇਮਰਾਨ ਖਾਨ TV ਐਂਕਰਾਂ ਨੂੰ ਮਤਲਬ ਕਹਿ ਰਹੇ ਸੀ ਵੀ ਆਜੋ ਸਾਡੇ ਨਾਲ ਗੱਲਬਾਤ ਕਰੋ। ਇੰਡੀਅਨ ਮੀਡੀਆ ਦੀ ਇੰਨੀ ਫੱਟੀ ਪੋਚੀ ਗਈ ਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਲੋਕ ਲਾਹਣਤਾਂ ਪਾ ਰਹੇ ਆ। ਹੋਰ ਕੰਟਰੀਆਂ ਦਾ ਮੀਡੀਆ ਇਹਨਾਂ ਨੂੰ ਲਾਹਣਤਾਂ ਪਾ ਰਿਹਾ ਆ ਤੇ ਇਹਨਾਂ ਨੇ ਪੂਰੀ ਜੰਗ ਲੜੀ 7-8 ਦਿਨ ਤੇ 7-8 ਦਿਨਾਂ ਬਾਅਦ ਉਹੀ ਲੌਟ ਕੇ ਬੁੱਧੂ ਘਰ ਕੋ ਆਏ। 100 ਛਿੱਤਰ ਵੀ ਖਾਦਾ ਤੇ 100 ਗੰਢਾ ਵੀ ਖਾਦਾ। ਹੈਂ ਤੇ ਹੁਣ ਤੁਸੀਂ ਐਂ ਕਰੋ ਮੇਰੇ ਵੀਰ, ਤੁਸੀਂ ਨਾ ਠੰਡੇ ਜਾ ਕੇ ਤੇ ਇੱਕ ਫਿਲਮ ਬਣਾਓ। ਹੈਂ ਉਹ ਫਿਲਮ ਦਾ ਨਾਂ ਰੱਖੋ ਘੁਸ ਕੇ ਮਾरेंगे। ਹੈਂ ਘੁਸ ਕੇ ਮਾरेंगे ਤੇ ਫਿਰ ਸਾਡਾ ਕਰੋ ਮਨੋਰੰਜਨ ਤੁਸੀਂ ਤੇ ਅਸੀਂ ਵੇਖਾਂਗੇ ਵੀ ਘੁਸ ਕੇ ਕਿਵੇਂ ਮਾਰੀਦਾ ਆ। ਵੀ ਪੁੱਜ ਗਈ ਇਹ ਮੀਡੀਆ ਨੇ ਇੰਨੀ ਅੱਤ ਚੁੱਕੀ ਇੰਨੀ। ਹਾਲਾਂਕਿ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਮਤਲਬ ਪੀਸ ਵਾਸਤੇ ਬੋਲਿਆ ਸਾਰਿਆਂ ਨੇ, ਕਿਸੇ ਨੇ ਨਹੀਂ ਕਿਹਾ। ਖਾਸ ਕਰਕੇ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੇ ਤਾਂ ਕੁਛ ਨਹੀਂ ਇਹੋ ਜਿਹਾ ਕਿਹਾ। ਪਰ ਜਿਹੜੇ ਉਹ ਪਰਾਂ ਬੈਠੇ ਹੋਏ ਆ ਮਹਾਰਾਸ਼ਟਰ ਸਾਈਡ, ਦਿੱਲੀ ਤੋਂ ਪਰਾਂ ਜਮਨਾ ਪਾਰ ਹੈ ਦਿੱਲੀ ਕੇ ਦੱਲੇ, ਉਹਨਾਂ ਨੂੰ ਥੋੜਾ ਜਿਹਾ ਜੰਗ ਦਾ ਜਨੂਨ ਜ਼ਿਆਦਾ ਸੀ। ਤੇ ਇਹ ਜਨੂਨ ਮੈਂ ਤਾਂ ਪਾਕਿਸਤਾਨ ਨੂੰ ਵੀ ਕਹੂੰਗਾ ਜੇ ਕਿਤੇ ਕੰਮ ਖਰਾਬ ਹੋਇਆ ਨਾ, ਜਿਹੜੀਆਂ ਬਾਬਰ ਗੌਰੀਆ ਪਰਾਂ ਨੂੰ ਉਹ ਥੋੜੀਆਂ ਜਿਹਾ ਉਹਨਾਂ ਦਾ ਮੂੰਹ ਥੋੜਾ ਜਿਹਾ ਉੱਚਾ ਰੱਖਿਆ ਜੇ ਤੇ ਫਿਰ ਪਤਾ ਲੱਗੂਗਾ ਵੀ ਘੁਸ ਕੇ ਕਿਵੇਂ ਮਾਰੀਦਾ ਆ। ਹਾਂ ਉਧਰੋਂ ਜਿਹੜਾ ਪਹਿਲਾਂ ਗਿਆ, ਜਿਹੜਾ ਉੱਥੇ ਸੱਟ ਕੇ ਆਇਆ ਆ ਕਿਸੇ ਖਾਲੀ ਥਾਂ ਦੇ ਉੱਤੇ, ਇੱਕ ਕਾਂ ਮਰ ਗਿਆ ਉੱਥੇ। ਕੁੜੀ ਜਾਵੇ ਦੇ ਪੁੱਤਰੋ ਕਿੱਥੇ ਰੱਬ ਦਾ ਦੇਣਾ ਦਿਓਗੇ ਤੁਸੀਂ। ਹੈਂ ਜਾਨਵਰ ਮਾਰਦੇ ਫਿਰਦੇ ਆ। ਉਹ ਜਦੋਂ ਮਗਰੋਂ ਆਏ ਉਹ F-16 ਤੇ ਫਿਰ ਰਾਹ ਨਹੀਂ ਲੱਭਿਆ, ਫਿਰ ਪੂਛਾਂ ਚੱਕ ਲੀਆਂ ਤੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦਾ ਭੱਜਣ ਲੱਗਾ ਆਪਦੀ ਜੁੱਤੀ ਵੀ ਛੱਡ ਜਾਂਦਾ ਆ। ਉਹ ਗੱਲ ਹੋਈ ਵੀ ਉਹ ਜਿਹੜਾ ਕੋਲ ਸਾਰਾ ਸਮਾਨ ਸੀ ਉਹ ਸੱਟ ਦਿੱਤਾ। ਅੱਧਾ ਕੋਈ ਚੱਲਿਆ ਅੱਧਾ ਕੋਈ ਨਹੀਂ ਚੱਲਿਆ ਤੇ ਆ ਕੇ ਹਮਨੇ ਜੋ ਜੀ 350 ਬੰਦਾ ਮਾਰਦੀ ਆ ਉਧਰ। ਹੈ 350 ਬੰਦਾ ਉੱਥੇ ਗੰਨੇ ਚੂਪਦਾ ਪਿਆ ਸੀ ਇੱਕ ਥਾਂ ਤੇ। ਉਹ ਤੇ ਉਹ 350 ਗਿਆ ਕਿੱਥੇ? ਉਹ ਤੁਸੀਂ ਨਾਲ ਲਿਫਾਫੇ 'ਚ ਪਾ ਕੇ ਲੈ ਆਏ ਸੀ 350 ਬੰਦਾ। ਹਾਂ
ਉਹ ਕੋਈ ਸ਼ਰਮ ਕਰੋ ਲੋਕਾਂ ਨੂੰ ਵਸ ਲੈਣ ਦਿਓ ਲੋਕਾਂ ਨੂੰ। ਹੈਂ, ਇਮਰਾਨ ਖਾਨ ਨੇ ਜਿੰਨੀ ਵਾਰੀ ਵੀ ਸਪੀਚ ਕੀਤੀ, ਆਫਰ ਕੀਤਾ, ਉਹ ਬੰਦੇ ਦੇ ਅੰਦਰੋਂ ਲਿਆਕਤ ਝਲਕਦੀ ਆ, ਸਿਆਣਪ ਝਲਕਦੀ ਆ। ਇਹ ਚਵਲ ਚਾਹ ਵੇਚਣ ਵਾਲਾ ਹੈ ਜਿਹਨੂੰ ਤੁਸੀਂ ਚੁੱਕ ਕੇ ਚੱਡੀ ਧਾਰੀਓ ਬਣਾ ਦਿੱਤਾ ਆ ਪ੍ਰਾਈਮ ਮਿਨਿਸਟਰ, ਇਹਨੂੰ ਤਾਂ ਅਕਲ ਹੀ ਨਹੀਂ ਹੈਗੀ। ਇਹ ਆਪਦੀ ਕੁਰਸੀ ਵਾਸਤੇ ਸਾਰਾ ਮੁਲਕ ਤਬਾਹ ਕਰਨ ਤੇ ਤੁੱਲ ਗਿਆ ਆ, ਤੇ ਲੋਕਾਂ ਨੂੰ ਚਾਹੀਦਾ ਆ ਵੀ ਇਹਦਾ ਸਾਥ ਨਾ ਦੇਣ। ਇਹਨੂੰ ਜੇ ਤੁਸੀਂ ਅਗਲੀ ਵਾਰੀ ਫਿਰ ਵੋਟਾਂ ਪਾਈਆਂ ਤੇ ਇਹਨੇ ਕਰਤੂਤਾਂ ਫਿਰ ਉਹੀ ਕਰਨੀਆਂ ਆ ਜਿਹੜਾ ਅਜੀਤ ਡੋਵਲ ਆ, ਇਹਨੂੰ ਫੜ ਕੇ ਪੁੱਠਾ ਟੰਗੋ, ਹਾਂ ਸਾਰਾ ਪਤਾ ਲੱਗ ਜਾਣਾ ਵੀ ਪੁਲਵਾਮਾ 'ਚ ਅਟੈਕ ਕਿਵੇਂ ਹੋਇਆ। ਇੱਥੇ ਤੁਹਾਨੂੰ 2 ਕੁਆਂਟਲ 2.5 ਕੁਆਂਟਲ ਜਿਹੜਾ ਉਹ ਬਰੂਦ ਸੀ ਉਹ ਤਾਂ ਤੁਹਾਨੂੰ ਦਿਸਿਆ ਨਹੀਂ, ਤੇ 300 ਬੰਦਾ ਤੁਹਾਨੂੰ ਉੱਥੇ ਜਾ ਕੇ ਦਿਸ ਪਿਆ ਆ। ਇੱਥੇ ਘਰ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਿਆ, ਤੇ ਉੱਥੇ ਜਾ ਕੇ ਤੁਸੀਂ ਉੱਥੇ ਤੁਹਾਨੂੰ ਟੈਰਰਿਸਟਾਂ ਦਾ ਪਤਾ ਲੱਗ ਗਿਆ। ਚਲੋ ਠੀਕ ਆ, ਤੁਹਾਡੀ ਹੁਣ ਤਸੱਲੀ ਹੋ ਗਈ, ਤੁਹਾਨੂੰ ਪਤਾ ਲੱਗ ਗਿਆ ਆ ਵੀ ਜਿਹੜਾ ਤਾਊ ਬਾਜਵਾ ਆ ਨਾ ਉਹ ਸੇਕੂਗਾ ਪਿੱਛਾ। ਤੇ ਮੈਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਸੀ, ਮੈਂ ਕਿਹਾ ਵੀ ਵੇਟ ਐਂਡ ਵਾਚ, ਵੀ ਪਾਕਿਸਤਾਨ ਤਸੱਲੀ ਕਰਾਊਗਾ, ਤੇ ਉਹਨੇ ਕਰਾ ਦਿੱਤੀ ਆ। ਹੁਣ ਜਿਵੇਂ ਕਹਿੰਦੇ ਹੁੰਦੇ ਵੀ ਮੂੰਹ ਲੁਕਾਉਣ ਨੂੰ ਤੁਹਾਨੂੰ ਥਾਂ ਨਹੀਂ ਲੱਭਦਾ ਪਿਆ, ਜੁੱਤੀਆਂ ਵੀ ਖਾਧੀਆਂ, ਰੌਲਾ ਪਾਇਆ ਐਵੇਂ। ਤੁਸੀਂ ਇਹ ਸਮਝਿਆ ਸੀ ਵੀ ਖਰੇ ਅਸੀਂ ਚੱਲੇ ਆ ਪਰ ਸ਼੍ਰੀਲੰਕਾ ਤੇ ਨੇਪਾਲ, ਜਿਵੇਂ ਤੁਸੀਂ ਉਹਨਾਂ ਨੂੰ ਦਬਕੇ ਮਾਰ ਕੇ ਦਬਕਾ ਲੈਂਦੇ ਆ। ਇਹ ਤੁਹਾਡੀਆਂ ਨਾਸਾਂ ਭੰਨੂਗਾ, ਜਵਾਈਆਂ ਤਰ੍ਹਾਂ ਹਿੱਕ ਤੇ ਨੱਚੂਗਾ ਜੇ ਇਹੋ ਜਿਹੀਆਂ ਕਰਤੂਤਾਂ ਕਰੋਗੇ ਫੇਰ ਤਾਂ। ਤੇ ਤੁਹਾਡੀ ਬੜੀ ਮਿਹਰਬਾਨੀ, ਚੜ੍ਹਦੇ ਲਹਿੰਦੇ ਵਾਲਿਓ ਸੁੱਖ ਸ਼ਾਂਤੀ ਨਾਲ ਵਸੋ, ਤੇ ਕੁਛ ਨਹੀਂ ਪਿਆ ਇਹਨਾਂ ਲੜਾਈਆਂ ਪੜਾਈਆਂ ਦੇ ਵਿੱਚ। ਤੇ ਇਮਰਾਨ ਖਾਨ ਨੇ ਵੀ ਦੱਸਿਆ ਆ ਵੀ ਜਿੰਨੀਆਂ ਵੀ ਵਾਰਜ਼ ਹੋਈਆਂ ਆ, ਤੇ ਆਪਾਂ ਨੂੰ ਵੀ ਪਤਾ ਆ ਕੀ ਨਤੀਜਾ ਕੀ ਨਿਕਲਣਾ ਆ। ਇਹਨਾਂ ਨੂੰ ਕਦੀ ਸੇਕ ਨਹੀਂ ਨਾ ਲੱਗਾ, ਜਿਹੜੇ ਪਰਲੇ ਆ ਜਮਨਾ ਪਾਰ ਵਾਲੇ ਆ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਹੁਣ ਹੀ ਵੇਖ ਲੈਣ ਹਾਂ ਜਿਹੜੇ ਬਾਰਡਰ ਦੇ ਨੇੜੇ ਲੋਕ ਆ ਉਹਨਾਂ ਦੇ ਕੀ ਹਾਲਾਤ ਆ। ਕੋਈ ਸ਼ਰਮ ਨੂੰ ਹੱਥ ਮਾਰੋ। ਤੇ ਇਹ ਵੀਰ, ਇਹ ਜੇ ਹੁਣ ਅਗਲੀ ਵਾਰੀ ਤੁਸੀਂ ਕਿਹਾ ਨਾ ਵੀ ਘੁੱਸ ਕੇ ਮਾਰੇਂਗੇ, ਤੇ ਮੈਨੂੰ ਲੱਗਦਾ ਆ ਵੀ ਫਿਰ ਉਹ ਕੰਮ ਜ਼ਿਆਦਾ ਖਰਾਬ ਹੋਊਗਾ। ਘੁੱਸ ਉਹਨਾਂ ਨੇ ਆਉਣਾ ਆ। ਪਹਿਲੀ ਤਾਂ ਗੱਲ ਇਹ ਆ ਵੀ 5-7 ਦਿਨਾਂ 'ਚ ਸਾਡੇ ਦੋਵਾਂ ਮੁਲਕਾਂ ਦੇ ਕੋਲ ਖਾਣ ਪੀਣ ਦਾ ਸਮਾਨ ਮੁੱਕ ਜਾਣਾ ਜੇ ਜੰਗ ਲੱਗ ਗਿਆ। 15-18 ਦਿਨਾਂ 'ਚ ਸਾਡੇ ਕੋਲ ਅਸਲਾ ਮੁੱਕ ਜਾਣਾ ਦੋਵਾਂ ਮੁਲਕਾਂ ਕੋਲ। ਤੇ 16ਵੇਂ-17ਵੇਂ ਦਿਨ ਚਪੇੜਾਂ ਨਾਲ ਲੜਾਈ ਹੋਣੀ ਆ, ਤੇ ਚਪੇੜਾਂ ਨਾਲ ਬਾਂਦਰੋਂ ਤੁਸੀਂ ਕਿੱਧਰ ਨੂੰ ਭੱਜੋਗੇ? ਨਾਗਪੁਰ ਵੱਲ ਨੂੰ ਭੱਜੋਗੇ ਕਿ ਜਾਂ ਪਰ ਉਧਰ ਨੂੰ ਜਾਓਗੇ ਉਹ ਥੱਲੇ ਕੰਨਿਆ ਕੁਮਾਰੀ ਵੱਲ ਨੂੰ? ਤੇ ਉਹ ਭੈੜੇ ਆ ਜਿਹੜੇ ਬਲੋਚ ਆ, ਪੰਜਾਬੀ ਆ, ਚਪੇੜ ਹੱਥ ਉਹਨਾਂ ਦੇ ਬੜੇ ਭਾਰੇ ਆ। ਤੇ ਚਪੇੜਾਂ ਵੀ ਤੁਸੀਂ 2-2 ਨਹੀਂ ਚੱਲਣੀਆਂ, ਤੇ ਤੁਸੀਂ ਖੜਾ ਛੱਡੋ ਉਹਨਾਂ ਦਾ, ਉਹਨਾਂ ਨੂੰ ਨਾ ਛੇੜੋ, ਨਾ ਤੁਸੀਂ ਸੁੱਤੀਆਂ ਕਲਾ ਜਗਾਓ। ਤੁਹਾਡੀ ਮਿਹਰਬਾਨੀ, ਜੁੱਤੀਆਂ ਤੋਂ ਬਚੋ, ਤੇ ਜਿਹੜੇ 2-4 ਦਿਨ ਤੁਸੀਂ ਕੱਟਣੇ ਕੱਟੋ। ਇਹ ਕੰਮ ਨਹੀਂ ਚੱਲਣਾ। ਤੁਸੀਂ ਬਣਦੇ ਅਮਰੀਕਾ। ਇੰਨੀ ਤੁਹਾਡੀ ਕਰਤੂਤ ਹੈ ਨਹੀਂ, ਤੁਹਾਡੇ ਇੰਨਾ ਕੁਛ ਪੱਲੇ ਨਹੀਂ ਹੈਗਾ। ਅਮਰੀਕਾ ਤੇ ਸਾਰੀ ਦੁਨੀਆ ਦੇ ਵਿੱਚ ਬੇਸ ਆ। ਤੇ ਤੁਸੀਂ ਜਾ ਕੇ ਅਫਗਾਨਿਸਤਾਨ ਦੇ ਵਿੱਚ ਇੱਕ ਲਾਇਬ੍ਰੇਰੀ ਬਣਾ ਕੇ ਤੇ ਕਹਿੰਦੇ ਪਏ ਆ ਵੀ ਅਸੀਂ ਬੜਾ ਮਾਰਕਾ ਮਾਰ ਲਿਆ ਆ ਤੇ ਅਸੀਂ ਬੜਾ ਵੱਡਾ ਨੇਸ਼ਨ ਆ। ਤੁਹਾਡੀ ਉਹ ਗੱਲ ਆ ਵੀ ਭੁੱਖ ਨੰਗ ਤੇ ਬੂਹੇ ਤੇ ਡਿਉੜੀ। ਭੁੱਖ ਨਾਲ ਘੁਲਦੇ ਪਏ ਆ। ਉਹ ਜਹਾਜ਼ ਕੁੜੀ ਜਹਾਜ਼ ਪੁੱਤਰ ਉਹ ਡਰ ਕੇ ਇੱਕ ਦੂਜੇ ਦੇ ਵਿੱਚ ਮਾਰ ਕੇ ਸੱਟੀ ਜਾਂਦੇ ਆ। ਅਭਿਨੰਦਨ ਜੋ ਪਾਇਲਟ ਵਾ ਹਮਾਰਾ, ਉਹ ਤਾਂ ਡਰ ਗਿਆ ਜਦ ਉਧਰ F-16 ਆਇਆ ਤੇ ਉਹਦੀ ਆਵਾਜ਼ ਆਈ, ਤੇ ਅਭਿਨੰਦਨ ਵਾ ਨੂੰ ਕੁਛ ਸੁਝਿਆ ਹੀ ਨਹੀਂ। ਉਹਨੇ ਉਹ ਦੂਜੇ ਭਾਊ ਦੇ ਵਿੱਚ ਠੋਕਿਆ ਤੇ ਹਮਾਰਾ ਵਿਮਾਨ ਗਿਰ ਗਿਆ। ਤੇ ਫਿਰ ਤਕਨੀਕੀ ਖਰਾਬੀ ਕਰਕੇ ਕਿੰਨਾ ਚਿਰ ਬਚੋਗੇ? ਜਿਹੜਾ ਉਧਰ ਚਪੇੜਾਂ ਪਈਆਂ ਆ ਅਭਿਨੰਦਨਵਾ ਦੇ, ਉਹ ਵੀ ਤਕਨੀਕੀ ਖਰਾਬੀ 'ਚ ਪਈਆਂ ਆ। ਸ਼ਰਮ ਨੂੰ ਹੱਥ ਮਾਰੋ। ਉਹਨਾਂ ਨੇ ਤੁਹਾਡਾ ਪਾਇਲਟ ਵੀ ਤੁਹਾਨੂੰ ਵਾਪਸ ਕਰ ਦੇਣ ਲੱਗਿਆ। ਤੇ ਕੁਛ ਨਾ ਕੁਛ ਸ਼ਰਮ ਨੂੰ ਹੱਥ ਮਾਰੋ, ਕੁਛ ਨਾ ਕੁਛ। ਉਹਨਾਂ ਨੇ ਬੰਦਿਆਂ ਵਾਲੀ ਗੱਲ ਕੀਤੀ ਆ ਪਹਿਲੇ ਦਿਨ ਤੋਂ, ਤੇ ਤੁਸੀਂ ਚਵਲਾਂ ਵਾਲੀ। ਤੇ ਚਵਲਾਂ ਦਾ ਕੰਮ ਕੀ ਹੁੰਦਾ ਆ? ਛਿੱਤਰ ਵੀ ਖਾਦੇ ਤੇ 100 ਗੰਢਾ ਵੀ ਖਾਦਾ। ਚਲੋ ਠੀਕ ਆ, ਤੁਹਾਡੇ ਨਾਲ ਇੰਨੀ ਹੋਣੀ ਸੀ। ਇੰਨੀ ਹੋਈ ਤੋਂ ਬਿਨਾ ਤੁਹਾਡਾ ਨਾ ਮਤਲਬ ਸਰਨਾ ਨਹੀਂ ਸੀ। ਤੁਹਾਡੀਆਂ ਇਹ ਜਿਹੜੀਆਂ ਕਰਤੂਤਾਂ ਸੀ ਇਹ ਨੰਗੀਆਂ ਹੋਣੀਆਂ ਸੀ, ਤੇ ਦੁਨੀਆ ਦੇ ਵਿੱਚ ਤੁਹਾਡਾ ਮੂੰਹ ਕਾਲਾ ਹੋਣਾ ਸੀ। ਅਜੇ ਤਾਂ ਅੱਗੇ ਹੋਣਾ ਆ। ਜਿੰਨੇ ਕਿ ਚੱਡੀ ਧਾਰਕ ਹੈਗੇ ਆ ਨਾ RSS ਵਾਲੇ, ਤੁਸੀਂ ਖਲੋ ਜਾਓ ਅੱਗੇ, ਆ ਵੋਟਾਂ ਆ ਲੈਣ ਦਿਓ, ਲੋਕ ਤੁਹਾਡਾ ਹਾਲ ਕੀ ਕਰਦੇ। ਤੇ ਆ ਜਿੰਨੇ ਆ ਸਾਰੇ ਮਤਲਬ ਸਾਡੇ ਆਰਮੀ ਕਮਾਂਡਰ ਜਿਹੜੇ ਬੈਠੇ ਹੋਏ ਆ ਅੰਦਰ
ਸਟੂਡੀਓ ਦੇ ਵਿੱਚ ਜਿਹੜੇ ਕਹਿੰਦੇ ਹਮ ਪੱਕਾ ਇਹ ਕਰ ਦੇਂਗੇ ਉਹ ਕਰ ਦੇਂਗੇ। ਹੁਣ ਦੱਸੋ ਇਹਨਾਂ ਨੂੰ ਐਂ ਲੱਗਦਾ ਸੀ ਵੀ ਖਰੇ ਅਸੀਂ ਟੀਵੀ 'ਚ ਬੋਲ ਬੋਲ ਕੇ ਡਰਾ ਲਵਾਂਗੇ। ਇਹਨਾਂ ਦੀ ਉਹ ਗੱਲ ਆ ਵੀ ਆਪਦੇ ਘਰ ਦੇ ਅੰਦਰ ਵੜ ਕੇ ਨਾ ਤੇ ਬੂਹਾ ਬੰਦ ਕਰਕੇ ਗਾਲਾਂ ਕੱਢਣੀਆਂ ਅਗਲੇ ਨੂੰ। ਉਹ ਕਰਤੂਤਾਂ ਇਹਨਾਂ ਦੀਆਂ। ਤੇ ਬਹੁਤ ਸੋਹਣਾ ਹੋਇਆ, ਬੜਾ ਵਧੀਆ ਹੋਇਆ ਤੁਹਾਡੇ ਨਾਲ ਛਿੱਤਰ ਖਾ ਕੇ। ਤੇ ਹੁਣ ਓਮ ਸ਼ਾਂਤੀ ਹੁਣ ਹੋ ਜਾਣੀ ਆ। ਹੁਣ 5 ਸਾਲ ਤੁਸੀਂ ਬੜੇ ਵਧੀਆ ਟਿਕੇ ਰਹਿਣਾ ਆ। ਤੁਹਾਨੂੰ ਪਤਾ ਵੀ ਲੱਗ ਗਿਆ ਆ ਵੀ ਜੇ ਤੁਸੀਂ ਛੇੜੋਗੇ ਨਾ ਤੇ ਫਿਰ ਉਹ ਜਵਾਈ ਜਿਵੇਂ ਟ੍ਰੀਟਮੈਂਟ ਦਿੰਦੇ ਨਾ ਸਾਲਿਆਂ ਨੂੰ, ਉਹ ਟ੍ਰੀਟਮੈਂਟ ਮਿਲੂਗਾ ਤੁਹਾਨੂੰ। ਤੇ ਉਹ ਮਿਲ ਗਿਆ ਆ ਹੁਣ, ਇੱਕ ਵਾਰੀ ਆਲਰੇਡੀ ਮਿਲ ਗਿਆ ਆ। ਤੇ ਹੁਣ ਜਿਵੇਂ ਕਹਿੰਦੇ ਹੁੰਦੇ ਵੀ ਤੁਹਾਡੇ 4.5 ਸਾਲ ਫਿਰ ਐ ਆਰਾਮਦਾਰੀ ਨਾਲ ਨਿਕਲ ਜਾਣਗੇ ਤੇ ਫਿਰ ਅੱਗੇ ਵੇਖਾਂਗੇ। ਤੇ ਚਲੋ ਠੀਕ ਆ। ਤਾਂ ਲੱਖ ਲਾਹਨਤ ਆ ਤੁਹਾਡੇ ਇਹੋ ਜਿਹੇ ਮੀਡੀਆ ਤੇ ਜਿਹਨੇ ਲੋਕਾਂ ਨੂੰ ਐਵੇਂ ਬਿਨਾਂ ਗੱਲ ਤੋਂ ਭੜਕਾਇਆ। ਇੱਕ ਉਹ ਜਗਬਾਣੀ ਵਾਲੇ ਆ ਚਵਲ, ਉਹਨਾਂ ਨੇ ਐਵੇਂ ਹੀ ਗੁਰਦਾਸਪੁਰ ਕੀ ਕਹਿੰਦਾ, ਪਟਿਆਲਾ ਕੀ ਕਹਿੰਦਾ, ਬਠਿੰਡਾ ਕੀ ਕਹਿੰਦਾ ਆ। ਉਹ ਤੁਸੀਂ ਆਪਦੇ ਬੰਦੇ ਖੜਾ ਕੇ ਤੁਸੀਂ ਪੰਜਾਬੀਆਂ 'ਚ ਜ਼ਹਿਰ ਘੋਲਦੇ ਪਏ ਆ। ਸਾਨੂੰ ਪਤਾ ਆ ਵੀ ਜਿਹੜੇ ਬੰਦੇ ਸੱਚ ਬੋਲਦੇ ਉਹ ਤਾਂ ਤੁਸੀਂ ਵਿਖਾਉਂਦੇ ਨਹੀਂ। ਜੇ ਇਹੋ ਜਿਹਾ ਕੁਝ ਵੇਖਣਾ ਹੋਵੇ ਅਸੀਂ ਸਪੋਕਸਮੈਨ ਵੇਖ ਲੈਂਦੇ ਆ, ਉਹ ਸਾਰਾ ਕੁਝ ਸਹੀ ਵਿਖਾਉਂਦੇ ਆ ਵੀ ਜੇ ਕੋਈ ਜਿਵੇਂ ਕੋਈ ਬੋਲਦਾ ਆ। ਤੁਹਾਡੇ ਤਰ੍ਹਾਂ ਨਹੀਂ ਵੀ ਆਪਦੇ ਬੰਦੇ ਪੈਸੇ ਦੇ ਕੇ ਖੜਾ ਕੇ ਗੁਰਦਾਸਪੁਰ ਕਿਆ ਬੋਲਤਾ, ਅੰਮ੍ਰਿਤਸਰ ਕਿਆ ਬੋਲਤਾ ਹੈ। ਸਾਨੂੰ ਸਭ ਪਤਾ ਆ ਵੀ ਸਾਰਾ ਪੰਜਾਬ ਹੀ ਕੀ ਬੋਲਦਾ ਆ। ਪੰਜਾਬ ਨੇ ਸਭ ਕੁਝ ਵੇਖਿਆ ਆ। ਤੇ ਤੁਸੀਂ ਜਿਹੜੀ ਤੁਹਾਨੂੰ ਬੁਰਕੀ ਪਈ ਆ, ਹੁਣ ਚਲੋ ਕੋਈ ਨਹੀਂ, ਤੁਹਾਡੇ ਸੌਖੇ ਲੰਘ ਜਾਣਗੇ 4 ਸਾਲ। ਤੇ ਹੁਣ ਸ਼ਰਮ ਨੂੰ ਹੱਥ ਮਾਰਿਓ, ਤੁਹਾਡੀ ਇੱਜ਼ਤ ਤਾਂ ਰਹੀ ਨਹੀਂ। ਇੱਜ਼ਤ ਤਾਂ ਰਹੀ ਨਹੀਂ ਦੁਨੀਆ ਦੇ ਵਿੱਚ, ਤਾਂ ਤੁਹਾਡੀ ਕਿਰਕਰੀ ਹੋ ਗਈ। ਲੋਕੀ ਥੂ ਕਰਦੇ ਪਏ ਆ। ਵੱਡੇ ਚੈਨਲਾਂ ਦੀਆਂ ਖਬਰਾਂ ਸੁਣੋ, ਤੁਹਾਡੇ ਬਾਰੇ ਕੀ ਬੋਲਦੇ ਪਏ ਆ। ਉਹ ਕਾਂ ਮਾਰ ਕੌਮ 80 ਕਿਲੋਮੀਟਰ ਅੰਦਰ ਵੀ ਗਏ ਤੇ ਕਾਂ ਮਾਰ ਕੇ ਆਏ। ਲੱਖ ਲਾਹਨਤ ਇਹੋ ਜਿਹੇ ਪਾਇਲਟ ਦਾ। ਤੂੰ ਤਾਂ ਚਵਲੇ ਜਾਣਦੀਏ, ਆਪਦੇ ਮਾਂ ਦੇ ਜੰਮਣ ਪੀੜਾਂ ਦਾ ਮੁੱਲ ਨਹੀਂ ਮੋੜਿਆ ਤੂੰ। ਕਾਂ ਮਾਰ ਪਾਇਲਟ। ਤੇ ਉਹਨਾਂ ਵੇਖੋ ਸਾਈਆਂ ਨੇ ਭੜਕਾ ਕੇ ਸੱਟੇ ਕਿ ਨਹੀਂ, ਮੁੜ ਕੇ ਖੜੇ ਹੀ ਖਾਈ ਗਏ ਆ, ਵੀ ਥੱਲੇ ਹੀ ਬਹਿ ਗਏ ਆ, ਧੌਣ 'ਚ ਹੀ ਖਾਈ ਗਏ ਖੜੇ ਹੀ। ਇਹ ਕੁਛ ਹੀ ਹੋਣਾ ਸੀ ਤੁਹਾਡੇ ਨਾਲ, ਇਹ ਕੁਛ ਹੀ ਹੋਣਾ ਸੀ। ਹੁਣ ਮੇਰੇ ਵੀਰ ਆਪਦੀਆਂ ਧੋਤੀਆਂ ਸਾਂਭੋ ਤੇ ਚਲੋ ਐਂ ਕਰੋ, ਹੁਣ ਗੰਗਾ ਇਸ਼ਨਾਨ ਕਰੋ ਜਾ ਕੇ। ਤੇ ਜਿੰਨੇ ਕਾ ਪਾਪ ਕੀਤੇ ਆ ਨਾ ਮਾਰ ਕੇ ਉਹ ਜਿਹੜੇ 44-45 ਫੌਜੀ, ਤੇ ਹੁਣ ਉਹ ਜਾ ਕੇ ਧੋ ਕੇ ਆਓ। ਮੋਦੀ ਤਾਂ ਧੋ ਆਇਆ ਆ ਗੰਗਾ ਜਾ ਕੇ, ਉੱਥੇ ਗੰਗਾ ਇਸ਼ਨਾਨ ਕਰ ਆਇਆ ਆ। ਤੇ ਨਾ ਕਿ ਸਾਧੂਆਂ ਨੂੰ ਮੱਥਾ ਟੇਕੋ। ਮੱਥਾ ਟੇਕੋ ਉਹਨਾਂ ਨੂੰ, ਖਰੇ ਉਧਰੋਂ ਕੋਈ ਖੈਰ ਪੈ ਜਾਵੇ। ਉਹ ਲੱਤਾਂ ਚੁੱਕ ਕੇ ਤਾਂ ਤੇ ਉੱਥੇ ਉਹ ਆਸਣ ਕਰੀ ਜਾਂਦੇ ਆ ਵੀ ਹਿੰਦੁਸਤਾਨ ਕੀ ਸੁਰੱਖਿਆ ਕੇ ਲਈ। ਤੇ ਮੈਂ ਅੱਗੇ ਕਹਿਣਾ ਪਿਆ ਵੀ ਅਸਲਾ ਮੁੱਕ ਗਿਆ। ਤੇ ਇਹ ਜਿਵੇਂ ਇਹਨਾਂ ਨੇ ਆਸਣ ਕਰਕੇ ਤਾਂ ਉਹਨੂੰ ਲੱਤਾਂ ਕੀਤੀਆਂ ਹੋਈਆਂ ਆ, ਤੇ ਪਾਕਿਸਤਾਨ ਵਾਲਿਆਂ ਨੇ ਛਿੱਤਰਾਂ ਨਾਲ ਕੁੱਟਣੇ ਆ ਕੇ ਸਾਰੇ। ਤੇ ਸਾਰੇ ਗੰਗਾ ਦੇ ਵਿੱਚ ਹੀ ਲੰਘਾ ਦੇਣੇ ਆ ਤੇ ਗਾਂ ਚਲੋ ਜਾਣਗੇ ਹਿੰਦ ਮਹਾਸਾਗਰ 'ਚ। ਤੇ ਹੁਣ ਕੋਈ ਨਾ ਕੋਈ ਅਕਲ ਵਾਲਾ ਕੰਮ ਕਰਿਓ, ਤੁਹਾਡੀ ਮਿਹਰਬਾਨੀ। ਪਾਕਿਸਤਾਨ ਦਾ ਮੀਡੀਆ ਵੀ ਬੜਾ ਵਧੀਆ ਉਹਨੇ ਰੋਲ ਨਿਭਾਇਆ, ਖਾਸ ਕਰਕੇ ਸੋਸ਼ਲ ਮੀਡੀਆ ਨੇ। ਲੋਕਾਂ ਨੇ ਬੜੀਆਂ ਵਧੀਆ ਪੋਸਟਾਂ ਸ਼ੇਅਰ ਕੀਤੀਆਂ, ਬੜੀਆਂ ਵਧੀਆ ਸਭ ਕੁਝ ਕੀਤਾ। ਤੇ ਇਹਨਾਂ ਨੂੰ ਹੁਣ ਪੂਰੀ ਨਾਨੀ ਚੇਤੇ ਆ ਗਈ ਆ। ਤੇ ਹੁਣ ਨਹੀਂ ਇਹ 4.5 ਸਾਲ ਹੁਣ ਨਹੀਂ ਇਹ ਅੱਖ 'ਚ ਪਾਏ ਰੜਕਦੇ। ਤੇ ਚਲੋ ਠੀਕ ਆ, ਮਿਹਰਬਾਨੀ ਤੁਹਾਡਾ, ਬਹੁਤ ਬਹੁਤ ਧੰਨਵਾਦ।